ਸਤਿ ਸ਼੍ਰੀ ਅਕਾਲ ਫਰੈਂਡਸ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GKN ਪੰਜਾਬੀ ਦੇ ਵਿੱਚ। ਅੱਜ ਆਪਾਂ ਮਾਡਰਨ ਹਿਸਟਰੀ ਦੀ ਕਲਾਸ ਨੰਬਰ 4 ਲੈ ਕੇ ਆਏ ਹਾਂ ਤੁਹਾਡੇ ਲਈ। ਇਸ ਤੋਂ ਪਹਿਲਾਂ ਆਪਾਂ 3 ਕਲਾਸਾਂ ਕਰ ਚੁੱਕੇ ਹਾਂ। ਜੇਕਰ ਤੁਸੀਂ ਉਹ ਕਲਾਸਾਂ ਨਹੀਂ ਦੇਖੀਆਂ ਤਾਂ ਉਹ ਕਲਾਸਾਂ ਪਲੀਜ਼ ਜਾ ਕੇ ਜ਼ਰੂਰ ਦੇਖੋ। ਵਿਦ MCQ ਐਂਡ ਥਿਊਰੀ ਦੋਨੇ ਚੀਜ਼ਾਂ ਆਪਾਂ ਕਰਵਾਈਆਂ ਹੋਈਆਂ ਨੇ। ਸੋ ਅੱਜ ਦੀ ਜਿਹੜੀ ਆਪਣੀ ਕਲਾਸ ਹੈ ਉਹ ਆਪਣੀ ਹੈ ਮੋਡਰੇਟ ਫੇਸ, ਜੋ ਕਿ ਆਪਣੀ ਭਾਰਤੀ ਹਿਸਟਰੀ ਹੈ ਨਾ, ਜੋ ਆਪਣੀ ਮਾਡਰਨ ਹਿਸਟਰੀ ਹੈ ਉਹ 3 ਫੇਸਿਸ ਦੇ ਵਿੱਚ ਹੁੰਦੀ ਹੈ। ਇੱਕ ਹੁੰਦੀ ਹੈ ਮੋਡਰੇਟ ਫੇਸ, ਜਿਹੜਾ ਕਿ 85 ਤੋਂ ਲੈ ਕੇ 1885 ਤੋਂ ਲੈ ਕੇ 1905 ਈਸਵੀ ਤੱਕ ਹੁੰਦਾ ਵਾ, ਜਦੋਂ ਤੱਕ ਬੰਗਾਲ ਦੀ ਵੰਡ ਹੁੰਦੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਆਪਣਾ ਹੁੰਦਾ ਐਕਸਟ੍ਰੀਮਿਸਟ ਫੇਸ ਆ ਜਾਂਦਾ ਵਾ, ਜਿਹਦੇ ਵਿੱਚ ਕਿ ਗਰਮ ਦਲ ਤੇ ਨਰਮ ਦਲ ਵਗੈਰਾ ਦੇ ਹੁੰਦੇ ਨੇ ਆਪਣੇ ਜੋ ਨੇਤਾ ਹੁੰਦੇ ਨੇ। ਠੀਕ ਹੈ ਜੀ। ਉਹ ਆਪਾਂ ਅੱਗੇ ਡਿਟੇਲ ਦੇ ਵਿੱਚ ਕਰਾਂਗੇ ਜਦੋਂ ਆਪਾਂ ਐਕਸਟ੍ਰੀਮਿਸਟ ਫੇਸ ਸਾਰਾ ਆਪਾਂ ਡਿਟੇਲ ਦੇ ਵਿੱਚ ਕਰਾਂਗੇ। ਉਸ ਤੋਂ ਬਾਅਦ ਜਦੋਂ ਮਹਾਤਮਾ ਗਾਂਧੀ ਸਾਊਥ ਅਫਰੀਕਾ ਤੋਂ ਵਾਪਸ ਆਉਂਦੇ ਨੇ 1915 'ਚ, ਉਸ ਤੋਂ ਬਾਅਦ 1917 ਤੋਂ ਲੈ ਕੇ 1947 ਤੱਕ, ਉਦੋਂ ਤੱਕ ਆਪਣਾ ਜਿਹੜਾ ਫੇਸ ਹੁੰਦਾ ਹੈ ਉਹ ਗਾਂਧੀਅਨ ਫੇਸ ਹੋ ਜਾਂਦਾ। ਸੋ ਆਪਾਂ ਇਸ ਟਾਈਮ ਮੋਡਰੇਟ ਏਰੀਆ ਜਿਹੜਾ ਆਪਣਾ ਸੀ ਉਹ ਫੇਸ ਆਪਾਂ ਅੱਜ ਆਪਾਂ 1885 ਤੋਂ ਲੈ ਕੇ 1905 ਤੱਕ ਕਰਾਂਗੇ। ਇਹਦੇ ਵਿੱਚ ਜ਼ਿਆਦਾ ਪ੍ਰਸ਼ਨ ਨਹੀਂ ਬਣਦੇ, ਇਹਦੇ ਵਿੱਚ ਕੁਛ ਕੁਐਸਚਨ ਬਣਦੇ ਆ ਜਿਹੜੇ ਕਿ ਆਪਾਂ ਇਸ ਕਲਾਸ ਦੇ ਵਿੱਚ ਕਵਰ ਕਰ ਲਵਾਂਗੇ। ਸੋ ਆਪਾਂ ਕਲਾਸ ਦੀ ਸ਼ੁਰੂਆਤ ਕਰਦੇ ਹਾਂ। ਠੀਕ ਹੈ ਜੀ। ਇੰਡੀਅਨ ਨੈਸ਼ਨਲ ਕਾਂਗਰਸ। ਹੁਣ ਸਭ ਤੋਂ ਪਹਿਲਾਂ ਆਪਣੇ ਲਈ ਜਾਣਨਾ ਇਹ ਜ਼ਰੂਰੀ ਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਹੋਈ ਸੀ। ਇਹਦੀ ਸਥਾਪਨਾ ਜੀ ਇੱਕ ਬ੍ਰਿਟਿਸ਼ਰ ਸੀਗੇ ਜੀ, ਇਹ A.O. ਹਿਊਮ। ਠੀਕ ਹੈ ਜੀ। ਉਹਨਾਂ ਨੇ 28 ਦਸੰਬਰ 1885 ਨੂੰ ਬੰਬਈ ਵਿਖੇ ਗੋਕਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕੀਤੀ ਸੀ। ਠੀਕ ਹੈ ਜੀ। ਉਹ ਇੱਕ ਸੇਵਾ ਮੁਕਤ ਅੰਗਰੇਜ਼ ICS ਅਧਿਕਾਰੀ ਸੀ। ਠੀਕ ਹੈ ਜੀ। ਉਹ ਜਾਣੀ ਕਿ ਰਿਟਾਇਰਡ ICS ਅਧਿਕਾਰੀ ਸੀ। ਉਹਨਾਂ ਨੇ ਆਪਣੀ ਸਥਾਪਨਾ ਕੀਤੀ ਸੀ ਇਹਦੀ। ਠੀਕ ਹੈ ਜੀ। ਇਹ ਐਕਚੁਅਲ ਦੇ ਵਿੱਚ ਇਹ ਕਰਵਾਈ ਲਾਰਡ ਡਫਰਿਨ ਦੇ ਦੁਆਰਾ ਹੀ। ਉਸ ਟਾਈਮ ਜਦੋਂ ਲਾਰਡ ਡਫਰਿਨ ਸੀਗਾ ਤੇ ਉਹਨਾਂ ਨੇ ਹੀ ਕਰਵਾਈ ਸੀਗੀ। ਉਹਨਾਂ ਨੇ ਇਜਾਜ਼ਤ ਦਿੱਤੀ ਸੀ ਕਿ ਤੁਸੀਂ ਜਿਹੜੇ ਨੇਤਾ ਸੀਗੇ ਉਸ ਟਾਈਮ ਦੇ ਉੱਤੇ, ਜੋ ਕਾਂਗਰਸ ਦੇ ਨੇਤਾ ਸੀਗੇ, ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਇਹ ਕਰ ਸਕਦੇ ਹੋ, ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਲੀਡਰ ਆ ਜਾਂਦੇ ਨੇ। ਸੋ ਉਹਨਾਂ ਨੂੰ ਵੀ ਆਪਾਂ ਡਿਟੇਲ ਦੇ ਵਿੱਚ ਕਰਾਂਗੇ। ਸੋ ਆਪਾਂ ਅੱਗੇ ਵਧਦੇ ਹਾਂ ਜੀ ਨੈਕਸਟ ਪੁਆਇੰਟ ਲਈ। ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਨਾਮ, ਜਦੋਂ ਪਹਿਲਾਂ ਉਹਦਾ ਨਾਮ ਸੀ, ਇਹਦਾ ਨਾਮ ਸੀਗਾ ਜੀ ਇੰਡੀਅਨ ਨੈਸ਼ਨਲ ਯੂਨੀਅਨ ਸੀ। ਉਹ ਤੋਂ ਬਾਅਦ ਕਾਂਗਰਸ ਦੇ ਲੀਡਰਾਂ ਨੇ ਇਹਦਾ ਦੁਬਾਰਾ ਬਦਲ ਕੇ ਨਾਮ INC ਰੱਖਤਾ ਸੀ। ਠੀਕ ਹੈ ਜੀ। ਹੁਣ ਆਪਾਂ ਨੈਕਸਟ ਕਰਾਂਗੇ ਜੀ ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਸਮਾਗਮ ਕਦੋਂ ਹੋਇਆ ਸੀ। ਇਹ ਬਹੁਤ ਇੰਪੋਰਟੈਂਟ ਬਣਦਾ ਵਾ। ਠੀਕ ਹੈ ਜੀ। 29 ਤੋਂ 30 ਦਸੰਬਰ 1885 ਨੂੰ ਬੰਬਈ ਵਿੱਚ ਹੋਇਆ ਸੀ। ਠੀਕ ਹੈ ਜੀ। ਬੰਬੇ ਦੇ ਵਿੱਚ ਹੋਇਆ ਸੀ। ਸੋ ਇਹਨੇ ਤੁਸੀਂ ਡੇਟ ਯਾਦ ਕਰ ਲੈਣੀ ਆ। ਤੁਸੀਂ ਜ਼ਿਆਦਾਤਰ ਈਅਰ ਹੀ ਪੁੱਛਦੇ ਆ ਜੋ ਪੇਪਰ ਦੇ ਵਿੱਚ ਆਉਂਦਾ ਹੈ ਕਿ ਕਿਹੜੇ ਸਾਲ ਦੇ ਵਿੱਚ ਹੋਈ ਸੀ, ਬਟ ਫਿਰ ਵੀ ਤੁਸੀਂ ਡੇਟ ਯਾਦ ਕਰ ਲੈਣੀ ਹੈ। ਠੀਕ ਹੈ ਜੀ। ਸੋ ਇਸ ਦੇ ਪਹਿਲੇ ਜੋ ਪ੍ਰੈਜ਼ੀਡੈਂਟ ਸੀ ਉਹ ਕੌਣ ਸੀ? ਭੋਮੇਸ਼ ਚੰਦਰ ਬੈਨਰਜੀ। ਠੀਕ ਹੈ ਜੀ। ਆਪਾਂ ਨੂੰ ਕੁਐਸਚਨ ਆਊਗਾ ਕਿ ਪਹਿਲੇ ਪ੍ਰੈਜ਼ੀਡੈਂਟ ਕੌਣ ਸੀ ਜਦੋਂ 1885 ਦੇ ਵਿੱਚ ਇਹਦੀ ਸਥਾਪਨਾ ਹੋਈ ਸੀ? WC ਬੈਨਰਜੀ। ਠੀਕ ਹੈ ਜੀ। ਇਹ ਹੋ ਜਾਏਗਾ ਆਪਣਾ। ਇਹ ਸਮਾਗਮ ਵਿੱਚ ਦੇਸ਼ ਦੇ ਜਿਹੜੇ ਵੱਖ-ਵੱਖ ਪ੍ਰਾਂਤਾਂ ਤੋਂ 72 ਪ੍ਰਤੀਨਿਧੀ ਆਏ ਸੀ। ਠੀਕ ਹੈ ਜੀ। 72 ਪ੍ਰਤੀਨਿਧੀਆਂ ਨੇ ਇਹਦੇ ਵਿੱਚ ਹਿੱਸਾ ਲਿਆ ਸੀ। ਜਿਹੜਾ ਇਹ ਸਮਾਗਮ ਹੋਇਆ ਸੀ, ਪਹਿਲਾਂ ਹੋਇਆ ਸੀ। ਇਹਦੇ ਰਿਜ਼ਲਟ ਵਜੋਂ ਇਹਨਾਂ ਦੀ ਜੋ ਕਿ ਇਹਨਾਂ ਦੇ ਸਮਾਗਮ ਹੋਏ ਸੀ, ਉਸ ਤੋਂ ਬਾਅਦ ਹਰੇਕ ਸਾਲ ਇਹਨਾਂ ਦੀਆਂ ਜੋ ਮੀਟਿੰਗਸ ਹੁੰਦੀਆਂ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੀਆਂ, ਜੋ ਆਪਣੇ ਸਾਲ ਦਾ ਜੋ ਦਸੰਬਰ, ਜਿੱਦਾਂ ਕਿ ਇੱਕ ਸਾਲ ਦੇ ਜੋ ਆਖਰ ਦੇ ਵਿੱਚ ਜੋ 29, 30 ਜਾਂ 30, 31 ਦਸੰਬਰ ਨੂੰ ਇਹਨਾਂ ਦੀ ਇੱਕ ਮੀਟਿੰਗ ਹੁੰਦੀ ਸੀ। ਸੋ ਇਹਦੇ ਰਿਜ਼ਲਟ ਵਜੋਂ ਬ੍ਰਿਟਿਸ਼ ਸਰਕਾਰ ਨੇ ਇੰਡੀਅਨ ਕੌਂਸਲ ਐਕਟ ਲੈ ਕੇ ਆਈ ਸੀ 1892 'ਚ। ਸਿਰਫ ਇੱਕ ਜ਼ਿਆਦਾਤਰ ਜਾਣੀ ਕਿ ਇਹਨਾਂ ਦੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਪਲਬਧੀ ਇਹ ਸੀ ਕਿ ਇਹਨਾਂ ਨੇ ਮਜਬੂਰ ਕਰਤਾ ਸੀ ਕਿ ਇਹ ਇੰਡੀਅਨ ਨੈਸ਼ਨਲ ਕੌਂਸਲ ਐਕਟ ਆਵੇ। ਠੀਕ ਹੈ ਜੀ। 1892 ਦੇ ਵਿੱਚ ਇਹਦੇ ਵਿੱਚ ਕੁਝ ਭਾਰਤੀ ਮੈਂਬਰ ਸੀਗੇ ਜਿਹੜੇ ਕਿ ਇੰਡਾਇਰੈਕਟ ਇਲੈਕਸ਼ਨ ਦੇ ਦੁਆਰਾ ਇਹਨਾਂ ਨੂੰ ਬ੍ਰਿਟਿਸ਼ ਨੇ ਚੁਣ ਲਿਆ ਸੀ। ਠੀਕ ਹੈ ਜੀ। ਉਦੋਂ ਚੁਣ ਲੱਗੇ ਸੀ 1892 'ਚ। ਆਪਾਂ ਪੋਲਿਟੀ ਦੇ ਵਿੱਚ ਇਹ ਜੋ ਜਿੰਨੇ ਵੀ ਐਕਟ ਆਏ ਸੀ ਨਾ ਬ੍ਰਿਟਿਸ਼ ਦੇ, ਉਹ ਆਪਾਂ ਸਾਰੇ ਕਰ ਚੁੱਕੇ ਹਾਂ। ਅਗਰ ਤੁਸੀਂ ਨਹੀਂ ਕੀਤੀ ਤਾਂ ਪੋਲਿਟੀ ਦੀ ਕਲਾਸ ਨੰਬਰ 2 ਜਾ ਕੇ ਜ਼ਰੂਰ ਦੇਖੋ, ਜਿਹਦੇ ਵਿੱਚ ਕਿ ਇੰਡੀਅਨ ਕੌਨਸਟੀਟਿਊਸ਼ਨ ਦੀ ਆਪਾਂ ਬੈਕਗਰਾਊਂਡ ਹਿਸਟਰੀ ਕੀਤੀ ਆ। ਨੈਕਸਟ ਕਰਾਂਗੇ ਜੀ ਆਪਾਂ। ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਹੋਈ ਸੀ ਉਸ ਸਮੇਂ ਵਾਇਸਰੋਏ ਕੌਣ ਸੀ ਜੀ? ਲਾਰਡ ਡਫਰਿਨ। ਠੀਕ ਹੈ ਜੀ। ਲਾਰਡ ਡਫਰਿਨ ਉਸ ਟਾਈਮ ਦੇ ਉੱਤੇ 1885 ਦੇ ਵਿੱਚ ਵਾਇਸਰੋਏ ਸੀਗਾ। ਹੁਣ ਆਪਾਂ ਨੂੰ ਮੇਨ ਇਹਦੇ ਵਿੱਚ ਜਿਹੜੇ, ਵੈਸੇ ਆਪਾਂ ਨੂੰ ਜ਼ਿਆਦਾਤਰ ਸੈਸ਼ਨ ਯਾਦ ਕਰਨ ਦੀ ਜ਼ਰੂਰਤ ਨਹੀਂ ਗੀ, ਬਟ ਉਹਨੇ ਆਪਾਂ ਨੂੰ ਨਾ ਪਹਿਲੇ 3 ਤੋਂ 4 ਸੈਸ਼ਨ ਜ਼ਰੂਰ ਯਾਦ ਕਰਨੇ ਪੈਣੇ ਆ, ਕਿਉਂਕਿ ਪੇਪਰ ਦੇ ਵਿੱਚ ਡਾਇਰੈਕਟ ਕੁਐਸਚਨ ਇਹ ਆ ਜਾਂਦਾ ਵਾ ਕਿ ਜਿਹੜਾ ਕਿ ਕਾਂਗਰਸ ਦਾ ਪਹਿਲਾ ਸੈਸ਼ਨ ਹੋਇਆ ਸੀਗਾ, ਉਹਦੇ ਵਿੱਚ ਜੋ ਮੀਟਿੰਗ ਹੋਈ ਸੀ ਉਸ ਦੇ ਵਿੱਚ ਪ੍ਰੈਜ਼ੀਡੈਂਟ ਕੌਣ ਸੀ, ਜਾਂ ਉਹਦਾ ਪੁੱਛ ਲੈਣਗੇ ਕਿ ਕਿੱਥੇ ਹੋਈ ਸੀ, ਜਾਂ ਉਹਦਾ ਈਅਰ ਪੁੱਛ ਲੈਣਗੇ। ਸੋ ਇਹ ਮੈਂ ਲੈ ਕੇ ਆਇਆ ਤੁਹਾਡੇ ਲਈ। ਪਹਿਲਾ ਸੈਸ਼ਨ ਸਾਡਾ ਸੀਗਾ ਜੀ ਬੰਬੇ ਦੇ ਵਿੱਚ ਹੋਇਆ ਸੀ 1885। ਉਸ ਟਾਈਮ ਪ੍ਰੈਜ਼ੀਡੈਂਟ ਸੀਗੇ WC ਬੈਨਰਜੀ। ਸੋ ਫਸਟ ਪ੍ਰੈਜ਼ੀਡੈਂਟ ਸੀਗੇ WC ਬੈਨਰਜੀ। ਨੈਕਸਟ ਆ ਗਿਆ ਆਪਣਾ ਸੈਕਿੰਡ ਸੈਸ਼ਨ। ਸੈਕਿੰਡ ਸੈਸ਼ਨ ਦੇ ਵਿੱਚ ਕਲਕੱਤਾ ਦੇ ਵਿੱਚ ਹੋਇਆ ਸੀ, 1886 'ਚ ਹੋਇਆ ਸੀ। ਐਂਡ ਦਾਦਾ ਭਾਈ ਨਾਰੋਜੀ ਨੇ ਇਹਦੀ ਚੇਅਰ ਕੀਤਾ ਸੀ। ਠੀਕ ਹੈ ਜੀ। ਇਹਦੇ ਪ੍ਰੈਜ਼ੀਡੈਂਟ ਉਸ ਟਾਈਮ ਦੇ ਉੱਤੇ ਸੀਗੇ ਦਾਦਾ ਭਾਈ ਨਾਰੋਜੀ। ਸੋ ਇਹ ਵੀ ਸਾਡਾ ਹੋ ਜਾਏਗਾ ਆਪਣਾ। ਠੀਕ ਹੈ ਜੀ। ਇਹ ਵੀ ਤੁਸੀਂ ਯਾਦ ਕਰਨਾ। ਤੀਜੇ ਨੰਬਰ ਦੇ ਉੱਤੇ ਹੋਇਆ ਸੀ ਜੀ ਮਦਰਾਸ ਦੇ ਵਿੱਚ 1887 'ਚ, ਜਿਹਦੇ ਵਿੱਚ ਕਿ ਬਦਰੂਦੀਨ ਤਿਆਬਜੀ ਜਿਹੜੇ ਸੀਗੇ ਨਾ, ਇਹਨਾਂ ਨੇ ਇਹਨੂੰ ਚੇਅਰ ਕੀਤਾ ਸੀ। ਸੋ ਇਹਦੇ ਵਿੱਚ ਤੁਸੀਂ ਇਹ ਚੀਜ਼ ਯਾਦ ਰੱਖਣੀ ਹੈ ਕਿ ਜਿਹੜੇ ਬਦਰੂਦੀਨ ਤਿਆਬਜੀ ਸੀਗੇ ਪਹਿਲੇ ਮੁਸਲਿਮ ਪ੍ਰੈਜ਼ੀਡੈਂਟ ਸੀਗੇ। ਆਪਾਂ ਨੂੰ ਕੁਐਸਚਨ ਆਏਗਾ ਤਾਂ ਆਪਾਂ ਇਹਨੂੰ, ਪਹਿਲੇ ਮੁਸਲਿਮ ਪ੍ਰੈਜ਼ੀਡੈਂਟ ਕੌਣ ਸੀ? ਬਦਰੂਦੀਨ ਤਿਆਬੀ। ਦਾਦਾ ਭਾਈ ਨਾਰੋਜੀ ਉਸ ਟਾਈਮ ਦੇ ਉੱਤੇ ਸੀਗੇ 1886 ਦੇ ਵਿੱਚ, ਪਹਿਲੇ ਸੀਗੇ WC ਬੈਨਰਜੀ। ਹੁਣ ਅਗਰ ਆਪਾਂ ਨੂੰ ਉਹਨੂੰ ਪੁੱਛਣ ਕਿ ਜੋ ਇਹਨਾਂ ਦਾ ਪਹਿਲਾ ਬ੍ਰਿਟਿਸ਼, ਜੋ ਕਿ ਅੰਗਰੇਜ਼, ਜੋ ਆਪਣਾ ਸੀਗਾ ਅੰਗਰੇਜ਼ ਅਧਿਕਾਰੀ, ਜੋ ਇਹਦਾ ਪ੍ਰੈਜ਼ੀਡੈਂਟ ਕੌਣ ਸੀ? ਜਾਰਜ ਯੂਲੇ। ਠੀਕ ਹੈ ਜੀ। ਇਹਨੂੰ ਵੀ ਤੁਸੀਂ ਯਾਦ ਕਰਨਾ ਹੈ।
ਤੇ ਇਹ ਸੈਸ਼ਨ ਕਿੱਥੋਂ ਹੋਇਆ ਸੀ 88 ਦੇ ਵਿੱਚ ਹੋਇਆ ਸੀ ਲਾਹੌਰ। ਸੋ ਇਹ 4 ਸੈਸ਼ਨ ਤੁਸੀਂ ਯਾਦ ਕਰਨੇ ਆ, ਇਹ ਤੁਸੀਂ ਕਰ ਲੈਣੇ ਆ, ਠੀਕ ਹੈ ਜੀ। ਉਸ ਤੋਂ ਬਾਅਦ ਕੋਈ ਖਾਸ ਇਹਨਾਂ ਦਾ ਉਹ ਨਹੀਂ, ਉਸ ਤੋਂ ਬਾਅਦ ਜਿਵੇਂ ਜਿਵੇਂ ਆਪਾਂ ਅੱਗੇ ਵੱਧਦੇ ਜਾਵਾਂਗੇ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਕਰਵਾਈ ਜਾਊਂਗਾ, ਤੁਸੀਂ ਉਹੀ ਯਾਦ ਕਰਨੇ ਆ, ਠੀਕ ਹੈ ਜੀ। ਨੈਕਸਟ ਆਪਾਂ ਕਰਾਂਗੇ ਅਗਲਾ। ਨੈਕਸਟ ਪੁਆਇੰਟ ਬਣਦਾ ਜੀ, ਹੁਣ ਇਸ ਟਾਈਮ ਦੇ ਉੱਤੇ ਜਦੋਂ ਇਹਨਾਂ ਦਾ ਜੋ ਸੈਸ਼ਨ ਵਗੈਰਾ ਹੋ ਗਏ ਸੀ, ਉਸ ਟਾਈਮ ਦੇ ਉੱਤੇ ਨਾ ਲਾਰਡ ਕਰਜ਼ਨ ਸੀਗਾ, ਉਸ ਟਾਈਮ ਦੇ ਉੱਤੇ ਲਾਰਡ ਕਰਜ਼ਨ ਨੇ ਬਹੁਤ ਜ਼ਿਆਦਾ ਜਾਣੀ ਕਿ ਕੰਮ ਕੀਤੇ ਸੀ ਇਹਨਾਂ ਨੇ। ਕੁਝ ਇਹਨੇ ਵਧੀਆ ਕੰਮ ਵੀ ਕੀਤੇ ਸੀ, ਬਟ ਇਹਨੇ ਜੋ ਬੰਗਾਲ ਦੀ ਪਾਰਟੀਸ਼ਨ ਕੀਤੀ ਸੀ ਉਹ ਬਹੁਤ ਗਲਤ ਕੀਤੀ ਸੀ। ਸੋ ਜਿਹਦੇ ਕਰਕੇ ਉਹਨਾਂ ਨੇ ਡਿਵਾਈਡ ਐਂਡ ਰੂਲ ਦਾ ਕੰਸੈਪਟ ਇਸੇ ਜੋ ਬੰਗਾਲ ਦੀ ਪਾਰਟੀਸ਼ਨ ਹੋਈ ਸੀ ਨਾ ਉਹਦੇ ਤੋਂ ਹੀ ਹੋਇਆ ਸੀ। ਇਹਦਾ ਇੰਪੈਕਟ ਸਹੀ ਵੀ ਪਿਆ ਸੀ, ਸਹੀ ਇਸ ਲਈ ਪਿਆ ਸੀ ਕਿਉਂਕਿ ਉਸ ਤੋਂ ਬਾਅਦ ਜੋ ਸਵਦੇਸ਼ੀ ਮੂਵਮੈਂਟ ਆਈ ਸੀ ਜਾਂ ਜੋ ਵੀ ਮੂਵਮੈਂਟਸ ਹੋਈਆਂ ਸੀ, ਉਸ ਤੋਂ ਬਾਅਦ ਭਾਰਤ ਦੇ ਵਿੱਚ ਦੁਬਾਰਾ ਹੋਣ ਲੱਗ ਗਿਆ ਸੀ ਕਿ ਜੋ ਅੰਦੋਲਨ ਵਗੈਰਾ ਹੋਣੇ ਸਟਾਰਟ ਹੋ ਗਏ ਸੀ। ਉਹ ਆਪਾਂ ਅੱਗੇ ਪੂਰੀ ਡਿਟੇਲ ਦੇ ਵਿੱਚ ਜਦੋਂ ਆਪਾਂ 1905 ਤੋਂ ਲੈ ਕੇ 1917 ਕਰਾਂਗੇ, ਉਦੋਂ ਆਪਾਂ ਕਰਾਂਗੇ ਕਿ ਕਿੱਦਾਂ ਕਾਂਗਰਸ 2 ਭਾਗਾਂ 'ਚ ਵੰਡ ਗਈ ਸੀ ਤੇ ਉਸ ਤੋਂ ਬਾਅਦ ਜੋ ਨਰਮ ਦਲ ਦੇ ਨੇਤਾ ਸੀ, ਗਰਮ ਦਲ ਦੇ ਨੇਤਾ ਸੀਗੇ, ਉਹ ਆਪਾਂ ਸਾਰੇ ਚੰਗੀ ਤਰ੍ਹਾਂ ਕਰਾਂਗੇ, ਠੀਕ ਹੈ ਜੀ। ਹੁਣ ਜੀ ਉਹਦੇ ਟਾਈਮ ਦਾ ਜਦੋਂ ਇਹ ਆਪਣਾ ਸੀਗਾ ਨਾ, ਤੇ ਉਸ ਟਾਈਮ ਦਾ ਉਹਦੀ ਲਾਰਡ ਕਰਜ਼ਨ ਦਾ ਟਾਈਮ ਪੀਰੀਅਡ ਕੀ ਸੀ 1899 ਤੋਂ ਲੈ ਕੇ 1905 ਤੱਕ ਰਿਹਾ। ਇਹ 6 ਸਾਲ ਰਿਹਾ ਸੀ। ਭਾਰਤੀ ਰਾਸ਼ਟਰੀ ਅੰਦੋਲਨ ਦਾ ਉਸ ਟਾਈਮ ਸ਼ੁਰੂਆਤੀ ਪੜਾਅ ਸੀ, ਦੇਖੋ ਲਿਖਿਆ ਹੋਇਆ ਆ ਗਿਆ ਨਾ, ਠੀਕ ਹੈ। ਤੇ ਇਹਨੇ ਸਭ ਤੋਂ ਪਹਿਲਾਂ ਜੀ ਕਲਕੱਤਾ ਕਾਰਪੋਰੇਸ਼ਨ ਐਕਟ ਚਲਾਇਆ 1899 'ਚ, ਜਿਹਦੇ ਵਿੱਚ ਕਿ ਜਿਹੜੇ ਭਾਰਤੀ ਸੀਗੇ ਨਾ ਉਹਨਾਂ ਨੇ ਜਿੱਦਾਂ ਕਿ ਵਿਧਾਨ ਸਭਾ ਦੇ ਵਿੱਚ ਜੋ ਉਹਨਾਂ ਦੀਆਂ ਸੀਟਾਂ ਸੀਗੀਆਂ, ਜੋ ਉਹਨਾਂ ਦੀ ਗਿਣਤੀ ਸੀ, ਉਹ ਉਹਨਾਂ ਨੇ ਘਟਾਤੀ ਸੀ ਇਹਨੇ, ਠੀਕ ਹੈ ਜੀ। ਪਹਿਲਾ ਕੰਮ ਇਹਨੇ ਇਹ ਕੀਤਾ। ਦੂਜਾ ਇਹਨੇ ਜਿਹੜਾ ਕਿ ਖੇਤੀਬਾੜੀ ਦੇ ਵਿੱਚ ਇਹਨੇ ਵਧੀਆ ਕੰਮ ਇਹ ਕੀਤਾ ਜੀ। 1904 ਦੇ ਵਿੱਚ ਕੋਆਪਰੇਟਿਵ ਕ੍ਰੈਡਿਟ ਸੁਸਾਇਟੀਜ਼ ਐਕਟ ਪਾਸ ਕੀਤਾ, ਜਿਹੜਾ ਕਿ ਹੁਣ ਵੀ ਆਪਾਂ ਪੜ੍ਹਦੇ ਹਾਂ, ਠੀਕ ਹੈ ਜੀ। ਇੱਕ ਐਕਟ ਪਾਸ ਕੀਤਾ ਸੀ ਉਸ ਟਾਈਮ ਦੇ ਉੱਤੇ, ਜੋ ਕਿ ਲੋਕਾਂ ਨੂੰ ਜਮ੍ਹਾਂ ਅਤੇ ਕਰਜ਼ਿਆਂ ਦੇ ਉਦੇਸ਼ ਲਈ ਸੁਸਾਇਟੀਆਂ ਬਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਸੀ ਕਿ ਤੁਸੀਂ ਸੁਸਾਇਟੀਜ਼ ਬਣਾਓ, ਕੋਆਪਰੇਟਿਵ ਸੁਸਾਇਟੀਜ਼ ਬਣਾਓ। ਮੁੱਖ ਤੌਰ 'ਤੇ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਤੋਂ ਬਚਾਉਣ ਲਈ ਆਮ ਤੌਰ 'ਤੇ ਵਿਆਜ ਦੀ ਬਹੁਤ ਜ਼ਿਆਦਾ ਦਰ ਵਸੂਲਦੇ ਸੀ, ਜਾਣੀ ਕਿ ਇਹਨਾਂ ਨੇ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਤੋਂ ਬਚਾਉਣ ਲਈ ਇਹਦੀ ਸਥਾਪਨਾ ਕੀਤੀ ਸੀ, ਠੀਕ ਹੈ ਜੀ। ਸੋ ਇਹ ਆਪਣਾ ਸੀਗਾ ਇਹਨਾਂ ਦਾ, ਠੀਕ ਹੈ ਜੀ। ਹੁਣ ਇਹਨਾਂ 1900 ਦੇ ਵਿੱਚ ਇਹ ਵੀ ਇੰਪੋਰਟੈਂਟ ਪੁਆਇੰਟ ਬਣਦਾ ਕਿ ਪੰਜਾਬ ਲੈਂਡ ਐਲੀਨੇਸ਼ਨ ਐਕਟ ਪਾਸ ਕੀਤਾ ਸੀ ਇਹਨਾਂ ਨੇ, ਜਿਹਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਉਹਨਾਂ ਦੇ ਕਰਜ਼ਿਆਂ ਦੀ ਅਦਾਇਗੀ ਵਿੱਚ ਅਸਫਲ ਰਹਿਣ ਦੀ ਸਥਿਤੀ ਵਿੱਚ ਸ਼ਾਹੂਕਾਰਾਂ ਨੂੰ ਤਬਦੀਲ ਕਰਨ ਦੇ ਪਾਬੰਦੀ ਲਾਤੀ ਸੀ। ਜਿੱਦਾਂ ਕਿ ਹੁੰਦਾ ਕਿ ਕੋਈ ਵੀ ਕਿਸਾਨ ਜਿੱਦਾਂ ਫਸਲ ਮਾੜੀ ਹੋਈ ਜਾਂ ਉਹਦਾ ਕਰ ਨਹੀਂ ਦੇ ਕਰਜ਼ਿਆਂ ਦੇ ਵਿੱਚ ਜਦੋਂ ਉਹ ਵਿਆਜ ਵਗੈਰਾ ਨਹੀਂ ਦੇ ਸਕਦੇ ਸੀ, ਤਾਂ ਸ਼ਾਹੂਕਾਰ ਜਿਹੜੇ ਸੀ ਉਹਨਾਂ ਦੀ ਨਾ ਜੋ ਜ਼ਿਮੀਂਦਾਰ ਸੀਗੇ, ਜੋ ਉਹਨਾਂ ਦੇ ਜੋ ਆਪਣੇ ਸੀਗੇ, ਉਹਨਾਂ ਦੀ ਜੋ ਆਪਣੀ ਜ਼ਮੀਨ ਸੀ ਜੋ ਗਹਿਣੇ ਪਈ ਹੁੰਦੀ ਸੀ ਉਹਦੇ ਉੱਤੇ ਕਬਜ਼ਾ ਕਰ ਲੈਂਦੇ ਸੀ। ਉਸ ਤੋਂ ਬਾਅਦ ਇਹਨੇ ਇਸ ਲੈਂਡ ਐਲੀਨੇਸ਼ਨ ਐਕਟ ਦੇ ਤਹਿਤ ਉਹ ਕੋਈ ਵੀ ਜਾਣੀ ਕਿ ਸ਼ਾਹੂਕਾਰ ਸੀ ਉਹਦੇ ਉੱਤੇ ਕਬਜ਼ਾ ਨਹੀਂ ਸੀ ਕਰ ਸਕਦਾ, ਠੀਕ ਹੈ ਜੀ। ਸੋ ਨੈਕਸਟ ਵਿਦਿਅਕ। ਹੁਣ ਵਿਦਿਅਕ ਦੇ ਵਿੱਚ ਇਹਨੇ ਪ੍ਰਣਾਲੀ ਨੂੰ ਕ੍ਰਮਬੱਧ ਕਰਨ ਲਈ ਉਸਨੇ 1902 'ਚ, ਠੀਕ ਹੈ ਜੀ, ਇੱਕ ਯੂਨੀਵਰਸਿਟੀ ਦੀ ਸਥਾਪਨਾ ਕੀਤੀ। ਕਮਿਸ਼ਨ ਦੀਆਂ ਖੋਜਾਂ ਦੇ ਸਿਫਾਰਸ਼ਾਂ ਦੇ ਆਧਾਰ ਤੇ ਕਰਜ਼ਨ ਨੇ 1904 'ਚ ਇੰਡੀਅਨ ਯੂਨੀਵਰਸਿਟੀ ਐਕਟ, ਠੀਕ ਹੈ ਜੀ। ਹੁਣ ਆਪਾਂ ਨੂੰ ਅਗਰ ਕੁਐਸਚਨ ਆਊਗਾ ਕਿ ਇੰਡੀਅਨ ਯੂਨੀਵਰਸਿਟੀ ਐਕਟ ਲਾਰਡ ਕਰਜ਼ਨ ਨੇ ਕਦੋਂ ਲਿਆਂਦਾ ਸੀ, 1904 'ਚ, ਠੀਕ ਹੈ ਜੀ, ਜਿਸ ਨੇ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਸਰਕਾਰ ਦੇ ਕੰਟਰੋਲ ਦੇ ਹੇਠ, ਜਿੰਨੀਆਂ ਵੀ ਭਾਰਤ ਦੀਆਂ ਯੂਨੀਵਰਸਿਟੀਆਂ ਸਾਰੀਆਂ ਉਸ ਟਾਈਮ ਦੇ ਬ੍ਰਿਟਿਸ਼ ਸਰਕਾਰ ਦੇ ਅੰਡਰ ਆ ਗਈਆਂ ਸੀ, ਠੀਕ ਹੈ ਜੀ। ਸੋ ਅੱਗੇ ਆਪਾਂ ਕਰਾਂਗੇ ਵਿਗਿਆਨਕ ਤੌਰ ਦੇ ਉੱਤੇ ਇਹਨੇ ਕੀ ਕੀਤਾ, ਇਹਨੇ ਪੂਸਾ ਨਾਮ ਦਾ ਇੱਕ ਚਲਾਇਆ ਸੀ। ਬਿਹਾਰ ਬੰਗਾਲ ਪ੍ਰੈਜ਼ੀਡੈਂਸੀ ਵਿੱਚ ਖੇਤੀਬਾੜੀ ਖੋਜ ਸੰਸਥਾਨ ਦੀ ਸਥਾਪਨਾ ਕੀਤੀ ਸੀ ਇਹਨੇ, ਠੀਕ ਹੈ ਜੀ। ਸੋ ਅੱਗੇ ਆਪਾਂ ਕਰਾਂਗੇ ਪ੍ਰਸ਼ਾਸਨਿਕ ਤੌਰ ਦੇ ਉੱਤੇ ਇਹਨੇ ਕੀ ਕੀਤਾ ਸੀ, ਉਹਨੇ ਜੀ ਪੁਲਿਸ ਸੁਧਾਰਾਂ, ਜਿੱਦਾਂ ਕਿ ਪੁਲਿਸ ਦੇ ਵਿੱਚ ਸੁਧਾਰ ਲਈ ਇਹਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ, ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਉਹਨੇ ਲਾਰਡ ਮੇਓ ਦੇ ਨੀਤੀਆਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਨਵੀਨੀਕਰਨ, ਮਾਡਰਨਾਈਜੇਸ਼ਨ ਕਰਕੇ ਭਾਰਤ ਵਿੱਚ ਰੂੜੀਵਾਦ ਨੂੰ ਮੁੜ ਸੁਰਜੀਤ ਕੀਤਾ, ਠੀਕ ਹੈ ਜੀ। ਉਹਨੇ 1902 'ਚ ਨਾਮਜ਼ਦ ਕਰਨਾ ਸੀ ਸਰ ਐਂਡਰਿਊ ਫਰੇਜ਼ਰ ਦੀ ਪ੍ਰਧਾਨਗੀ ਹੇਠ ਇੱਕ ਪੁਲਿਸ ਕਮਿਸ਼ਨ, ਠੀਕ ਹੈ ਜੀ, ਪੁਲਿਸ ਕਮਿਸ਼ਨ ਦੀ ਸਥਾਪਨਾ ਕੀਤੀ। ਕਰਜ਼ਨ ਨੇ ਸਾਰੀਆਂ ਸਿਫਾਰਸ਼ਾਂ ਨੂੰ ਮੰਨ ਲਿਆ, ਠੀਕ ਹੈ ਜੀ। ਸੋ ਉਹਨੂੰ ਲਾਗੂ ਕਰ ਦਿੱਤਾ। ਉਸਨੇ ਕਾਂਗਰਸਾਂ ਅਤੇ ਕਾਂਸਟੇਬਲਾਂ ਦੋਵਾਂ ਲਈ ਉਸਨੇ ਅਫਸਰਾਂ ਅਤੇ ਕਾਂਸਟੇਬਲਾਂ ਦੋਵਾਂ ਲਈ ਸਿਖਲਾਈ ਸਕੂਲ ਸਥਾਪਿਤ ਕੀਤੇ ਅਤੇ ਸੂਬਾਈ ਪੁਲਿਸ ਸੇਵਾ ਸ਼ੁਰੂ ਕੀਤੀ। ਸੋ ਆ ਦੇਖੋ ਜੀ, ਹੁਣ ਇਹ ਤੁਸੀਂ ਯਾਦ ਕਰਦੀਆਂ ਕਿ ਜੋ ਆਪਣਾ PPS ਹੁੰਦਾ ਨਾ, ਜੋ ਆਪਣਾ PPS ਹੁੰਦਾ ਸੂਬਾਈ ਪੁਲਿਸ ਸਰਵਿਸ, ਜਿਹਦੇ ਵਿੱਚ ਕਿ ਹੁਣ ਆਪਾਂ ਦੇਖਦੇ ਹਾਂ ਕਿ ਸਟੇਟ ਦੇ ਵਿੱਚ ਜੋ ਆਪਣਾ PPSC ਜਾਂ ਕੋਈ ਵੀ ਐਗਜ਼ਾਮ, ਸਟੇਟ ਐਗਜ਼ਾਮ ਜੋ ਹੁੰਦਾ ਵਾ, ਉਹਦੇ ਵਿੱਚ ਜੋ DSP ਬਣਦਾ ਹੈ ਨਾ, ਜੋ DSP ਬਣਦਾ ਹੈ ਸੂਬੇ ਲੈਵਲ ਦੇ ਉੱਤੇ, ਜਿਹੜੇ ਸਟੇਟ ਲੈਵਲ ਦੇ ਉੱਤੇ ਹੁੰਦਾ, ਉਹ ਇਹਨੇ ਸਟਾਰਟ ਕੀਤਾ ਸੀ ਉਸ ਟਾਈਮ ਦੇ ਉੱਤੇ, ਠੀਕ ਹੈ ਜੀ। ਸੋ ਇਹ ਵੀ ਤੁਸੀਂ ਯਾਦ ਰੱਖਣਾ ਵਾ। ਸੋ ਮਿਲਟਰੀ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਇੰਪੀਰੀਅਲ ਕੈਡਿਟ ਕੋਰ ਦੀ ਸਥਾਪਨਾ ਕੀਤੀ ਗਈ, ਠੀਕ ਹੈ ਜੀ, ਜੋ ਕਿ ਬਾਅਦ ਵਿੱਚ ਫੌਜ ਦੇ ਭਰਤੀ ਕਰਨ ਲਈ ਇੱਕ ਸਾਧਨ ਬਣ ਗਈ। ਜਾਣੀ ਕਿ ਇੰਪੀਰੀਅਲ ਕੈਡਿਟ ਕੋਰ ਆਪਾਂ ਨੂੰ ਪੁੱਛਣਗੇ ਕਿਹਨੇ ਸਥਾਪਨਾ ਕੀਤੀ ਸੀ, ਲਾਰਡ ਕਰਜ਼ਨ ਨੇ, ਜਿਹਨੂੰ ਹੁਣ ਆਪਾਂ NCC ਕਹਿੰਦੇ ਹਾਂ, ਠੀਕ ਹੈ ਜੀ। ਉਸ ਟਾਈਮ ਦੇ ਉੱਤੇ ਇਹਦਾ ਜੋ ਆਪਣਾ ਨਾਮ ਸੀਗਾ ICC ਸੀ, ਠੀਕ ਹੈ ਜੀ, ਇੰਪੀਰੀਅਲ ਕੈਡਿਟ ਕੋਰ। ਸੋ ਨੈਕਸਟ 1905 ਦੇ ਵਿੱਚ ਲਾਰਡ ਕਰਜ਼ਨ ਨੇ ਬੰਗਾਲ ਦੀ ਵੰਡ ਕੀਤੀ ਸੀ, ਜਿਹਦੇ ਵਿੱਚ ਕਿ ਈਸਟ ਬੰਗਾਲ ਤੇ ਵੈਸਟ ਬੰਗਾਲ ਹੋ ਗਏ ਸੀ। ਇਹ ਆਪਾਂ ਸਾਰਾ ਚੰਗੀ ਤਰ੍ਹਾਂ ਕਰਾਂਗੇ, ਜੋ ਕਿ ਬੰਗਾਲ ਦੀ ਵੰਡ ਵਾਲਾ, ਕਿਉਂਕਿ ਇਹ ਇੰਪੋਰਟੈਂਟ ਚੈਪਟਰ ਬਣਦਾ ਵਾ, ਤਾਂ ਇਹ ਆਪਾਂ ਪੂਰਾ ਇੱਕ ਅਲੱਗ ਸੈਸ਼ਨ ਲੈ ਕੇ ਇਸ ਤੋਂ ਅਗਲਾ ਸੈਸ਼ਨ ਉਹੀ ਹੋਵੇਗਾ, ਠੀਕ ਹੈ ਜੀ। ਸੋ ਹੁਣ ਆਪਾਂ ਦੇਖਦੇ ਹਾਂ ਜਿਹੜੇ ਇਹਦੇ ਉੱਤੇ ਕੁਝ ਇੰਪੋਰਟੈਂਟ ਕੁਐਸਚਨ ਬਣਦੇ ਨੇ, ਜ਼ਿਆਦਾ ਨਹੀਂ ਬਣਦੇਗੇ। ਸੋ ਜੋ ਵੀ ਕੁਐਸਚਨ ਆਪਣੇ ਬਣਨਗੇ ਨਾ, ਸੋ ਸਾਰੇ ਆਪਾਂ ਇਹਦੇ ਵਿੱਚ ਆਪਣੇ ਸੈਸ਼ਨ ਦੇ ਵਿੱਚ ਕਵਰ ਕਰ ਦਾਂਗੇ। ਕੁੱਲ 8 ਤੋਂ 10 ਕੁਐਸਚਨ ਬਣ ਜਾਂਦੇ ਆ ਇਹਦੇ। ਸੋ ਪਹਿਲਾ ਕੁਐਸਚਨ ਆ ਗਿਆ ਸਾਡਾ, ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਹੋਈ ਸੀ? ਆਪਾਂ ਕਰ ਚੁੱਕੇ ਹਾਂ ਜੀ, 88 'ਚ ਹੋਈ ਸੀ, 87 'ਚ ਹੋਈ ਸੀ, 86 'ਚ ਹੋਈ ਸੀ ਜਾਂ 85, ਠੀਕ ਹੈ ਜੀ। 1885 'ਚ ਹੋਈ ਸੀ। ਇਹ ਉਹ ਹਿਊਮ ਨੇ ਕੀਤੀ ਸੀ, ਠੀਕ ਹੈ ਜੀ। ਸੋ ਇਹ ਵੀ ਤੁਸੀਂ ਨਾਮ ਵੀ ਯਾਦ ਰੱਖਣਾ।
ਨੈਕਸਟ ਆ ਗਿਆ ਦਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਮੁਸਲਿਮ ਪ੍ਰਧਾਨ। ਦੇਖੋ ਜੀ ਮੁਸਲਿਮ ਪ੍ਰਧਾਨ ਪੁੱਛ ਲਿਆ, ਇਹ ਵੀ ਕੁਐਸਚਨ ਬਹੁਤ ਜ਼ਿਆਦਾ ਰਿਪੀਟ ਹੁੰਦਾ, ਠੀਕ ਹੈ ਜੀ। ਸੋ ਇਹ ਸੀਗੇ ਬਦਰੂਦੀਨ ਤਿਆਬ ਜੀ, ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਕਰ ਲੈਣਾ। ਨੈਕਸਟ ਆਪਾਂ ਕਰਾਂਗੇ ਜੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਗਠਨ ਦੇ ਸਮੇਂ ਦੇ ਭਾਰਤ ਦਾ ਵਾਇਸਰੋਏ ਕੌਣ ਸੀ, ਠੀਕ ਹੈ। ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਦਾ ਹੋਇਆ ਸੀ, ਉਹ ਬਣਿਆ ਸੀ, ਉਦੋਂ ਵਾਇਸਰੋਏ ਕੌਣ ਸੀ? ਲਾਰਡ ਕਰਜ਼ਨ ਸੀ, ਕੈਨਿੰਗ ਸੀ, ਲਾਰਡ ਲਾਰੈਂਸ ਸੀਗਾ ਜਾਂ ਡਫਰਿਨ, ਜੋ ਕਿ ਆਪਾਂ ਕੀਤਾ ਹੋਵੇਗਾ ਡਫਰਿਨ ਸੀ, ਠੀਕ ਹੈ ਜੀ। ਜਦੋਂ 1885 ਈਸਵੀ ਦੇ ਵਿੱਚ ਲਾਰਡ ਡਫਰਿਨ ਸੀ, ਠੀਕ ਹੈ ਜੀ। ਅੱਗੇ ਆਪਾਂ ਕਰਾਂਗੇ ਜੀ ਕਿਸ ਕਾਂਗਰਸ ਸੈਸ਼ਨ ਵਿੱਚ ਦਾਦਾ ਭਾਈ ਨਹਿਰੂ ਨੇ ਘੋਸ਼ਣਾ ਕੀਤੀ ਸੀ ਕਿ ਸਵਰਾਜ ਭਾਰਤ ਦੇ ਰਾਜਨੀਤਿਕ ਯਤਨਾਂ ਦਾ ਟੀਚਾ ਸੀ, ਠੀਕ ਹੈ ਜੀ। ਸੋ ਇਹ ਹੋਇਆ ਸੀ 1906 ਦੇ ਵਿੱਚ ਕਲਕੱਤਾ ਸੈਸ਼ਨ। ਇਹ ਅੱਜ ਆਪਾਂ ਪੜ੍ਹਨਾ ਵਾ, ਵੈਸੇ ਇਹਦੇ ਵਿੱਚ ਕੁਐਸਚਨ ਆ ਗਿਆ, ਇਹ ਅਸਲ ਵਿੱਚ ਨੈਕਸਟ ਕਲਾਸ ਦੇ ਵਿੱਚ ਹੋਣਾ ਚਾਹੀਦਾ ਸੀ, ਕਿਉਂਕਿ ਜਦੋਂ ਉਸ ਤੋਂ ਬਾਅਦ 1905 ਦੇ ਵਿੱਚ, 6 ਦੇ ਵਿੱਚ ਅਤੇ 7 ਦੇ ਵਿੱਚ ਜੋ ਸੈਸ਼ਨ ਹੋਏ ਸੀ ਇਹਦੇ ਕਾਂਗਰਸ ਦੇ, ਸੋ ਉਹਦੇ ਵਿੱਚ 6 ਦੇ ਸੈਸ਼ਨ ਦੇ ਵਿੱਚ ਕਿਹਾ ਗਿਆ ਸੀਗਾ ਇਹਨਾਂ ਨੇ, ਠੀਕ ਹੈ ਜੀ, ਸਵਰਾਜ ਵਰਡ ਦਾ ਯੂਜ਼ ਕੀਤਾ ਸੀ, ਠੀਕ ਹੈ ਜੀ। ਸੋ ਨੈਕਸਟ ਕਰਾਂਗੇ ਜੀ ਆਪਾਂ ਬ੍ਰਿਟਿਸ਼ ਪਾਰਲੀਮੈਂਟ ਦਾ ਮੈਂਬਰ ਬਣਨ ਵਾਲਾ ਪਹਿਲਾ ਭਾਰਤੀ ਦੱਸੋ ਜੀ ਕੌਣ ਸੀ? ਬ੍ਰਿਟਿਸ਼ ਪਾਰਲੀਮੈਂਟ, ਜਦੋਂ ਬ੍ਰਿਟਿਸ਼ ਦੀ ਜੋ ਪਾਰਲੀਮੈਂਟ ਸੀ ਉਹਦਾ ਪਹਿਲਾ ਮੈਂਬਰ ਕੌਣ ਸੀ? ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਦਾਦਾ ਭਾਈ ਨਹਿਰੂ ਜੀ। ਦਾਦਾ ਭਾਈ ਨਹਿਰੂ ਜੀ ਦੇ ਜਿੰਨੇ ਵੀ ਕੁਐਸਚਨ ਬਣਦੇ ਨੇ ਉਹ ਇਸ ਲਈ ਜ਼ਿਆਦਾਤਰ ਕਿਉਂਕਿ ਇਹਦੇ ਵਿੱਚ ਆਉਂਦਾ ਕਿਉਂਕਿ ਗ੍ਰੈਂਡ ਓਲਡ ਮੈਨ ਆਫ ਇੰਡੀਆ ਵੀ ਇਹਨਾਂ ਨੂੰ ਇੱਕ ਹੋਰ ਕੁਐਸਚਨ ਬਣਦਾ, ਗ੍ਰੈਂਡ ਓਲਡ ਮੈਨ ਆਫ ਇੰਡੀਆ ਕਿਹਨੂੰ ਕਹਿੰਦੇ ਆ ਜੀ? ਇਹ ਵੀ ਦਾਦਾ ਭਾਈ ਨਹਿਰੂ ਜੀ ਨੂੰ ਕਹਿੰਦੇ। ਸੋ ਦਾਦਾ ਭਾਈ ਨਹਿਰੂ ਜੀ ਦੇ ਉੱਤੇ ਜੋ ਵੀ ਕੁਐਸਚਨ ਬਣਦੇ ਨੇ ਇਹੀ ਕੁਐਸਚਨ ਬਣਦੇ ਨੇ, ਹੋਰ ਕੋਈ ਕੁਐਸਚਨ ਨਹੀਂ ਬਣੇਗਾ। ਨੈਕਸਟ ਆਪਾਂ ਕਰਾਂਗੇ ਦਾਦਾ ਭਾਈ ਨਹਿਰੂ ਜੀ ਨੇ ਬ੍ਰਿਟਿਸ਼ ਸ਼ਾਸਨ ਅਧੀਨ ਭਾਰਤੀ ਗਰੀਬੀ ਅਤੇ ਆਰਥਿਕਤਾ ਬਾਰੇ ਕਿਹੜੀ ਕਿਤਾਬ ਲਿਖੀ ਸੀ? ਦੇਖੋ ਜੀ ਇਹ ਕੁਐਸਚਨ ਆਪਣੇ ਪੰਜਾਬ ਐਗਜ਼ਾਮ ਹੋ ਗਿਆ ਜਾਂ ਕੋਈ ਵੀ ਐਗਜ਼ਾਮ ਹੋ ਗਿਆ, ਤੁਸੀਂ ਕੋਈ ਸੈਂਟਰ ਦਾ ਐਗਜ਼ਾਮ ਦੇਖ ਲਓ, ਸਟੇਟ ਦਾ ਐਗਜ਼ਾਮ ਦੇਖ ਲਓ, ਇਹ ਕੁਐਸਚਨ ਮੋਸਟ ਰਿਪੀਟਡ ਕੁਐਸਚਨ ਆ ਕਿ ਕਿਹੜੀ ਕਿਤਾਬ ਸੀਗੀ ਜਿਹਨੇ ਕਿ ਜੋ ਕਿ ਭਾਰਤ ਦੀ ਜੋ ਗਰੀਬੀ ਤੇ ਆਰਥਿਕਤਾ ਬਾਰੇ ਜਿਹੜੀ ਕਿਤਾਬ ਲਿਖੀ ਸੀ, ਪੋਵਰਟੀ ਐਂਡ ਅਨ ਬ੍ਰਿਟਿਸ਼ ਰੂਲ ਇਨ ਇੰਡੀਆ, ਠੀਕ ਹੈ, ਜੋ ਕਿ ਬ੍ਰਿਟਿਸ਼ਰ ਜੋ ਕਿ ਡਰੇਨ ਕਰਕੇ ਲੈ ਕੇ ਜਾ ਰਹੇ ਸੀਗੇ ਆਪਣੀ ਜੋ ਗਰੀਬੀ ਵੱਧ ਰਹੀ ਸੀ, ਆਰਥਿਕ ਤੌਰ ਦੇ ਉੱਤੇ ਭਾਰਤ ਕਮਜ਼ੋਰ ਹੋ ਰਿਹਾ ਕਿਉਂਕਿ ਸਾਰਾ ਪੈਸਾ ਤਾਂ ਇੰਗਲੈਂਡ ਜਾ ਰਿਹਾ ਸੀਗਾ। ਸੋ ਸਾਰੀ ਚੀਜ਼ਾਂ ਦਾ ਇਹਦੇ ਵਿੱਚ ਜ਼ਿਕਰ ਕੀਤਾ ਸੀ। ਸੋ ਉਸ ਟਾਈਮ ਦੇ ਉੱਤੇ ਉਹ ਮੋਸਟ ਸੈਲਰ ਬੁੱਕ ਸੀਗੀ ਇਹ, ਠੀਕ ਹੈ ਜੀ। ਸੋ ਤਾਂ ਕਰਕੇ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਵਾ, ਇਹਨੂੰ ਤੁਸੀਂ ਯਾਦ ਕਰਨਾ। ਇਹ ਲਗਭਗ ਹਰੇਕ ਪੇਪਰ ਦੇ ਵਿੱਚ ਆਉਂਦਾ ਹੈ, ਲਗਭਗ ਪੰਜਾਬ ਦੇ ਅਗਰ ਤੁਸੀਂ ਕੋਈ ਵੀ ਐਗਜ਼ਾਮ ਕੱਢ ਕੇ ਦੇਖ ਲਓ ਇਹਦੇ ਵਿੱਚ ਇਹ ਕੁਐਸਚਨ ਹੁਣੇ ਪੀਪੀਐਸਸੀ ਐਨਾਲਿਸਟ ਦੇ ਵਿੱਚ ਵੀ ਸ਼ਾਇਦ ਇਹ ਹੈਗਾ ਸੀ ਪੇਪਰ ਕੁਐਸਚਨ, ਠੀਕ ਹੈ ਜੀ, ਉਹਦੇ ਵਿੱਚ ਪੇਪਰ ਦੇ ਵਿੱਚ ਵੀ ਆ ਜਿਹੜਾ 2022 'ਚ ਹੋਇਆ। ਸੋ ਇਹ ਕੁਐਸਚਨ ਵੀ ਇੰਪੋਰਟੈਂਟ ਬਣਦਾ ਵਾ, ਸੋ ਇਹ ਵੀ ਤੁਸੀਂ ਕਰਨਾ ਨਾ, ਠੀਕ ਹੈ ਜੀ। ਆ ਦੇਖੋ ਜੀ ਗ੍ਰੈਂਡ ਓਲਡ ਮੈਨ ਆਫ ਇੰਡੀਆ ਕਿਹਨੂੰ ਕਹਿੰਦੇ ਆ ਜੀ? ਦਾਦਾ ਭਾਈ ਨਹਿਰੂ ਜੀ ਨੂੰ। ਸੋ ਇਹ ਵੀ ਤੁਸੀਂ ਯਾਦ ਕਰਨਾ ਵਾ। ਸੋ ਇਹ ਵੀ ਇੰਪੋਰਟੈਂਟ ਕੁਐਸਚਨ ਬਣਦੇ ਆ, ਇਹ ਕੁਐਸਚਨ ਹੀ ਰਿਪੀਟ ਹੁੰਦੇ ਨੇ, ਕੋਈ ਜ਼ਿਆਦਾ ਕੋਈ ਉਹ ਨਵੇਂ ਕੁਐਸਚਨ ਨਹੀਂ ਪਾਉਂਦੇ ਹੁੰਦੇ, ਜੋ ਆਪਣੇ ਪ੍ਰੀਵੀਅਸ ਈਅਰ ਪੇਪਰਾਂ ਦੇ ਵਿੱਚ ਜ਼ਿਆਦਾਤਰ ਰਿਪੀਟਡ ਹੁੰਦੇ ਨੇ, ਇਹੀ ਇੰਪੋਰਟੈਂਟ ਹੁੰਦੇ ਨੇ, ਉਹੀ ਪਾਉਂਦੇ ਹੁੰਦੇ ਨੇ, ਜੋ ਹਿਸਟਰੀ ਹੋ ਗਿਆ, ਪੋਲਿਟੀ ਹੋ ਗਿਆ। ਹਾਲਾਂਕਿ ਆਪਾਂ ਸਟੈਟਿਕ ਜੀਕੇ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਕਿ ਬਹੁਤ ਕੁਛ ਆ, ਉਹ ਬਹੁਤ ਕੁਛ ਵੀ ਪਾ ਸਕਦੇ ਆ, ਕਿਤੋਂ ਵੀ ਪਾ ਸਕਦੇ ਆ, ਬਟ ਜ਼ਿਆਦਾਤਰ ਜਿਹੜੀ ਮਾਡਰਨ ਹਿਸਟਰੀ ਹੋ ਗਿਆ, ਇੰਡੀਅਨ ਪੋਲਿਟੀ ਹੋ ਗਿਆ, ਠੀਕ ਹੈ ਜੀ, ਥੋੜ੍ਹਾ ਜਿਹਾ ਘੁਮਾ ਕੇ ਪਾ ਦੇਣਗੇ ਕੁਐਸਚਨ, ਬਟ ਕੁਐਸਚਨ ਇਹੀ ਆਉਂਦੇ ਹੁੰਦੇ ਨੇ, ਠੀਕ ਹੈ ਜੀ। ਤੁਸੀਂ ਕੋਈ ਵੀ ਪੁਰਾਣਾ ਪੇਪਰ ਚੱਕ ਕੇ ਦੇਖ ਲਓ। ਨੈਕਸਟ ਕੁਐਸਚਨ ਆ ਗਿਆ ਜੀ ਸਾਡਾ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਦੱਸੋ ਜੀ ਕਿਹਨੇ ਕੀਤੀ ਸੀ? ਇਹ ਆਪਾਂ ਕਰ ਚੁੱਕੇ ਹਾਂ, ਐਲਨ ਔਕਟਾਵਿਨ ਹਿਊਮ, ਠੀਕ ਹੈ ਜੀ। ਹਿਊਮ ਨੇ 1985 'ਚ ਕੀਤੀ ਸੀ। ਸੋ ਇਹ ਵੀ ਦੱਸੇਗਾ 1904 ਵਿੱਚ ਕੋਆਪਰੇਟਿਵ ਕ੍ਰੈਡਿਟ ਸੁਸਾਇਟੀ ਜਿਹੜੀਆਂ ਸੀਗੀਆਂ ਕਿਸ ਵਾਇਸਰੋਏ ਦੇ ਸਮੇਂ ਤੇ ਪਾਸ ਹੋਈਆਂ ਸੀ? ਇਹ ਹੋਈਆਂ ਸੀ ਜੀ ਲਾਰਡ ਡਫਰਿਨ ਦੇ ਟਾਈਮ ਤੇ, ਲਾਰਡ ਡਫਰਿਨ ਨਹੀਂ, ਲਾਰਡ ਕਰਜ਼ਨ, ਠੀਕ ਹੈ, ਲਾਰਡ ਕਰਜ਼ਨ ਦੇ ਟਾਈਮ ਦੇ ਉੱਤੇ ਕੋਆਪਰੇਟਿਵ ਕ੍ਰੈਡਿਟ ਸੁਸਾਇਟੀ ਐਕਟ 1904 ਪਾਸ ਹੋਇਆ ਸੀ। ਸੋ ਇਹ ਆਪਣੇ 9 ਤੋਂ 10 ਕੁਐਸਚਨ ਸੀਗੇ ਜਿਹੜੇ ਮੈਂ ਲੈ ਕੇ ਆਇਆ ਹਾਂ, ਠੀਕ ਹੈ ਜੀ। ਸੋ ਇਹਦੇ ਵਿੱਚ ਆਨਸਰ ਤੁਹਾਨੂੰ ਦਿੱਤੇ ਹੁੰਦੇ ਨੇ, ਬਟ ਅਗਰ ਤੁਸੀਂ ਜਦੋਂ ਇੱਕ ਵਾਰ ਤੁਸੀਂ ਕਰਦੇ ਹੁੰਦੇ ਹੋ ਨਾ ਤਾਂ ਇਸ ਤਰ੍ਹਾਂ ਕਰਿਆ ਕਰੋ ਕਿ ਆਨਸਰ ਦੇ ਉੱਤੇ ਥੋੜ੍ਹਾ ਹੱਥ ਰੱਖ ਲਿਆ ਕਰੋ ਜਾਂ ਉਸ ਨੂੰ ਹਾਈਡ ਕਰ ਲਿਆ ਕਰੋ, ਕਿਉਂਕਿ ਉਸ ਨਾਲ ਤੁਹਾਨੂੰ ਇਸ ਤਰ੍ਹਾਂ ਹੋ ਜਾਏਗਾ ਨਾ, ਆਪਣੀ ਹੁੰਦੀ ਹੈ ਜੋ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਆਪਾਂ ਕਿੱਥੇ ਸਟੈਂਡ ਕਰਦੇ ਹਾਂ, ਸਾਨੂੰ ਕੁਝ ਸਮਝ ਵੀ ਆ ਰਿਹਾ ਵਾ ਜਾਂ ਨਹੀਂ, ਸਾਡੇ ਤੋਂ ਖੁਦ MCQ ਸੋਲਵ ਹੋ ਰਹੇ ਆ ਕਿ ਨਹੀਂ। ਸੋ ਨਾਲ ਦੀ ਨਾਲ 8-10 ਕੁਐਸਚਨ ਮੈਂ ਇਸੇ ਲਈ ਲੈ ਕੇ ਆਉਂਦਾ ਹੁੰਦਾ ਕਿ ਜਿਹੜੇ ਮੋਸਟ ਇੰਪੋਰਟੈਂਟ ਹੁੰਦੇ ਆ ਕਿ ਜੋ ਆਪਾਂ ਕਲਾਸ ਉੱਪਰ ਕੀਤੀ ਹੈ, ਜੋ PDF ਦੇਖੀ ਹੈ, ਜੋ ਰੀਡ ਕੀਤੀ ਹੈ ਜਾਂ ਕਲਾਸ ਦੇਖੀ ਹੈ, ਤਾਂ ਤੁਹਾਨੂੰ ਕੁਝ ਸਮਝ ਵੀ ਆ ਰਿਹਾ ਵਾ ਜਾਂ ਉਹ ਉੱਪਰ ਦੀ ਲੰਘ ਰਿਹਾ। ਵੈਸੇ ਉੱਪਰ ਦੀ ਲੰਘਣ ਵਾਲੀ ਗੱਲ ਨਹੀਂ, ਕਿਉਂਕਿ ਇੰਡੀਅਨ ਹਿਸਟਰੀ ਜੋ ਮਾਡਰਨ ਹਿਸਟਰੀ ਆ ਸਭ ਤੋਂ ਇੰਪੋਰਟੈਂਟ ਫੇਵਰਟ ਸਬਜੈਕਟ ਹੋਏਗਾ ਬਹੁਤ ਸਾਰੇ ਬੱਚਿਆਂ ਦਾ, ਕਿਉਂਕਿ ਇਹਦੇ ਵਿੱਚ ਇਹ ਇੰਟਰਸਟਿੰਗ ਹੈ, ਇੱਕ ਸਟੋਰੀ ਦੇ ਟਾਈਪ ਦੇ ਨਾਲ ਅੱਗੇ ਵੱਧਦਾ ਵਾ। ਸੋ ਆਪਾਂ ਮੂਵੀਜ਼ ਦੇ ਵਿੱਚ ਵੀ ਦੇਖਦੇ ਹਾਂ ਜਾਂ ਆਪਾਂ TV ਦੇ ਵਿੱਚ ਵੀ ਦੇਖਦੇ ਹਾਂ, ਇਹ ਆਪਣੇ ਦਿਮਾਗ ਦੇ ਵਿੱਚ ਕੁਝ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਆਪਾਂ ਨੂੰ ਪਹਿਲਾਂ ਤੋਂ ਹੀ ਪਤਾ ਨੇ। ਸੋ ਜਦੋਂ ਵੀ ਆਪਾਂ ਦੇਖਦੇ ਹਾਂ ਇਹਨੂੰ ਮਾਡਰਨ ਹਿਸਟਰੀ ਨੂੰ ਪੜ੍ਹਦੇ ਹਾਂ, ਇੱਕ ਸਟੋਰੀ ਦੇ ਤਰੀਕੇ ਦੇ ਵਿੱਚ ਪੜ੍ਹਿਆ ਕਰੋ, ਤੁਹਾਨੂੰ ਇਹ ਬਿਲਕੁਲ ਕਦੇ ਵੀ ਬੋਰਿੰਗ ਨਹੀਂ ਲੱਗੇਗੀ, ਠੀਕ ਹੈ ਜੀ। ਸੋ ਤੁਸੀਂ ਹੁਣ ਆਪਣਾ ਜੋ ਅਗਲੀ ਕਲਾਸ ਆਪਾਂ ਲੈ ਕੇ ਆਵਾਂਗੇ ਨਾ, ਇਹ ਆਪਾਂ ਕਲਾਸ ਲੈ ਕੇ ਆਵਾਂਗੇ ਜੀ ਭਾਰਤੀ ਜੋ ਰਾਸ਼ਟਰੀ ਅੰਦੋਲਨ ਜਦੋਂ ਹੋਏ ਸੀ 1900, ਜੋ ਆਪਣਾ ਐਕਸਟ੍ਰੀਮਿਸਟ ਫੇਸ ਸੀਗਾ ਨਾ ਜਿਹੜਾ, ਇੱਥੇ ਮੋਡਰੇਟ ਲਿਖਿਆ ਗਿਆ ਜੀ, ਐਕਸਟ੍ਰੀਮਿਸਟ ਫੇਸ ਜਿਹੜਾ ਹੈਗਾ ਸੀ ਨਾ, ਉਹ ਆਪਾਂ ਕਰਾਂਗੇ 1905 ਤੋਂ ਲੈ ਕੇ 1918 ਤੱਕ, ਠੀਕ ਹੈ ਜੀ। ਐਕਸਟ੍ਰੀਮਿਸਟ ਫੇਸ ਕਰਾਂਗੇ ਆਪਾਂ, ਜੋ ਕਿ 1905 ਤੋਂ ਲੈ ਕੇ 18 ਤੱਕ ਜੋ ਵੀ ਹੋਇਆ ਸੀ, ਉਸ ਤੋਂ ਬਾਅਦ ਜੋ ਵੀ ਅੰਦੋਲਨ ਚੱਲੇ ਸੀ, ਗਾਂਧੀ ਜੀ ਆਏ ਸੀ, ਉਹ ਸਾਰਾ ਆਪਾਂ ਅਗਲੀਆਂ 2 ਤੋਂ 3 ਕਲਾਸਾਂ ਦੇ ਵਿੱਚ ਨਿਬੇੜ ਦਾਂਗੇ। ਸੋ ਤੁਸੀਂ ਆਪਣੇ ਚੈਨਲ ਨੂੰ ਜ਼ਰੂਰ ਜੀ ਸਬਸਕ੍ਰਾਈਬ ਜ਼ਰੂਰ ਕਰਨਾ, ਠੀਕ ਹੈ ਜੀ। ਸੋ ਇੰਨਾ ਕੁ ਜ਼ਰੂਰ ਕਰਿਓ ਤੁਸੀਂ ਬਈ ਆਪਣਾ ਜੋ ਚੈਨਲ ਬਣਾਇਆ ਹੈ ਆਪਾਂ, ਜੋ
ਬੱਚਿਆਂ ਦੀ ਹੈਲਪ ਲਈ ਖੋਲ੍ਹਿਆ ਹੈ। ਸੋ ਇਹਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਨਾ, ਕਿਉਂਕਿ ਉਹਦੇ ਨਾਲ ਸਾਡਾ ਬਹੁਤ ਜ਼ਿਆਦਾ ਇੱਕ ਤਰ੍ਹਾਂ ਨਾਲ ਕਹੋਗੇ ਕਿ ਜੋ ਕਿ ਮੋਟੀਵੇਸ਼ਨ ਮਿਲਦੀ ਹੈ ਸਾਨੂੰ ਹੋਰ ਵੀ ਵਧੀਆ ਕੰਟੈਂਟ ਤਿਆਰ ਕਰਨ ਦੀ, ਕਿਉਂਕਿ ਇਹ ਜੋ ਕੰਟੈਂਟ ਹੈ ਉਹਨੂੰ ਤਿਆਰ ਕਰਨ ਲਈ ਘੱਟ ਤੋਂ ਘੱਟ ਇੱਕ ਕਲਾਸ ਨੂੰ ਤਿਆਰ ਕਰਨ ਲਈ ਘੱਟੋ ਘੱਟ 2 ਤੋਂ 3 ਘੰਟੇ ਲੱਗਦੇ ਆ, ਕਿਉਂਕਿ ਖੁਦ ਟਾਈਪ ਕਰਨਾ ਪੈਂਦਾ ਹੈ। ਠੀਕ ਹੈ ਜੀ। ਇੰਗਲਿਸ਼ ਦੇ ਵਿੱਚ ਤਾਂ ਜੋ ਇੰਗਲਿਸ਼ ਹੁੰਦੀ ਹੈ, ਇੰਗਲਿਸ਼ ਦੇ ਵਿੱਚ ਤਾਂ ਖੁਦ ਕਿਤੋਂ ਮਰਜ਼ੀ ਕਾਪੀ ਕੀਤਾ ਪੇਸਟ ਕੀਤਾ ਤਾਂ ਹੋ ਜਾਏਗਾ, ਬਟ ਜੋ ਪੰਜਾਬੀ ਦੇ ਵਿੱਚ ਕੰਟੈਂਟ ਹੈ ਬਹੁਤ ਔਖਾ ਤਿਆਰ ਹੁੰਦਾ ਹੈ। ਸੋ ਤੁਸੀਂ ਪਲੀਜ਼ ਇਹਨੂੰ ਸਬਸਕ੍ਰਾਈਬ, ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਹਾਨੂੰ ਪਸੰਦ ਆਵੇ। ਸੋ ਆਪਾਂ ਤੁਹਾਡੇ ਲਈ ਹੋਰ ਵੀ ਕਲਾਸਾਂ ਅੱਗੇ ਵੀ ਲੈ ਕੇ ਆਉਂਦੇ ਰਹਾਂਗੇ। ਸੋ ਕਿਰਪਾ ਕਰਕੇ ਇਹਨੂੰ ਆਪਣੇ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਓ। ਠੀਕ ਹੈ ਜੀ। ਧੰਨਵਾਦ।